अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਬਾਦੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼-ਏ-ਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ ਤੇ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ लेकिन तहजीब ਦੇ इरादे ਨਾਲ। जनाब अली मैं कुछ देर पहले मैं एक प्रोग्राम देख रहा सी मंसूर अली खान साहब ਜਿਹੜੇ ਪਾਕਿਸਤਾਨ ਦੇ ਬੜੇ ਨਾਮਵਰ ਸਹਾਫੀ ਹੈਗੇ ਨੇ ਉਹਨਾਂ ਦਾ ਇੱਕ ਪ੍ਰੋਗਰਾਮ ਦੇਖ ਰਿਹਾ ਸੀ। ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਗੈਸਟ ਹੈਗੇ ਸਨ ਉਹ ਸੂਬਾਈ ਵਜ਼ੀਰ ਹੈਗੇ ਨੇ, ਮੁਸ਼ੀਰ ਹੈਗੇ ਨੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦੇ, ਕੌਸਰ ਕਾਜ਼ਮੀ ਸਾਹਿਬ, ਨਸਰੁੱਲਾ ਮਲਕ ਸਾਹਿਬ ਹੈਗੇ ਸਨ ਜਿਹੜੇ ਕਿ ਉਹ ਵੀ ਨਾਮਵਰ ਸਹਾਫੀ ਹੈਗੇ ਨੇ, ਉਹ ਮੌਜੂਦ ਸਨ। फिर एक इसार राणा साहब है ने, ये भी बड़े बड़े सहाफी ने, यह मौजूद सन। फिर PTI वालों जरा सी वो नईम पेजोता वो भी मौजूद है सी, ठीक है। तो यह जनाब डिस्कस हो रही सी अपने जेरे सियासी डेरा वाले है ने ना एहसान चट्टा साहब अलमारूफ मिठा जी, उन्होंने हवाले नाल जनाब एक डिबेट स्टार्ट हो गई। तो मैं समझना कि 15 के 20 मिनट जरा सी ना वो डिबेट उस मौजू के उत्ते रही। अच्छा जनाब डिबेट की सी वो मैं तुहानूं दसना, वो यह सी इसार राणा ਜਿਹੜਾ कि तुहानूं पता कि एक नामर सहाफी है, बड़ा बड़ा सहाफी है, कोई शक नहीं, लेकिन ਉਹਦੇ ਅੰਦਰ ਵੀ ਜਿਹੜਾ ਹੈਗਾ ਨਾ ਇੱਕ ਯੂਥੀਆ ਵਾਇਰਸ ਚਲਾ ਗਿਆ ਹੋਇਆ, ਠੀਕ ਹੈ। ਤੇ ਉਹ ਵੀ ਜਿਹੜਾ ਨਾ ਉਹਨੇ ਵੀ ਇਮਰਾਨ ਖਾਨ ਦਾ ਝੰਡਾ ਫੜ ਲਿਆ ਤੇ ਉਹ ਵੀ ਜਨਾਬ ਅੱਜ ਕੱਲ ਜਿਹੜਾ ਨਾ ਬੜੇ ਜ਼ਹਿਰੀਲੇ ਵੀਲੌਗ ਕਰ ਰਿਹਾ, ਬੜੀਆਂ ਝੂਠੀਆਂ ਖਬਰਾਂ ਜਿਹੜਾ ਨਾ ਉਹ ਸ਼ਾਇਆ ਕਰ ਰਿਹਾ, ਗੁੰਮਰਾਹੀ ਫੈਲਾ ਰਿਹਾ। ਉਹਨੇ ਜਨਾਬ ਕੁਝ ਦਿਨ ਪਹਿਲੇ ਇੱਕ ਖਬਰ ਦਿੱਤੀ ਆਪਣੇ ਵੀਲੌਗ, मेरा ख्याल है कुछ अपना करदा वीलॉग करदा यूट्यूब दे विच, ते उत्थे उन्हें जनाब एक खबर दी कि जी कि नवाज शरीफ साहब दी जिहड़ियां ने ना IPPs दियां कोई 20-25 कोई जिहड़े ना कंपनियां ही ने, ठीक है। तो इस हवाले नाल ना उन्हें खबर दे दी। तो जो खबर उन्हें दी है ਤੁਹਾਨੂੰ ਪਤਾ ਹੈ ਨਾ ਲੋਕਾਂ ਦਾ ਤੇ ਕੋਈ ਸੋਰਸ ਆਫ ਇਨਫੋਰਮੇਸ਼ਨ ਹੁੰਦਾ ਨਹੀਂ ਹੈ, ਬਸ ਜੋ ਜ਼ਿਹਨ 'ਚ ਆਇਆ, ਜੋ ਦਿਲ 'ਚ ਆਇਆ ਇਮਰਾਨ ਦੀ ਮੁਹੱਬਤ ਦੇ ਵਿੱਚ ਕਹਿ ਦਿੱਤਾ। ਇਹ ਵੀ ਨਹੀਂ ਸੋਚਦੇ ਕਿ ਜੀ ਕਿ ਅਸੀਂ ਅੱਲਾ ਨੂੰ ਮਰ ਕੇ ਕੀ ਜਵਾਬ ਦੇਣਾ, ਠੀਕ ਹੈ। ਮੇਰਾ ਰੱਬ ਕਹਿੰਦਾ ਹੈ ਕਿ ਜਦੋਂ ਕੋਈ ਖਬਰ ਪਹੁੰਚਾਓ ਕਿਸੇ ਨੂੰ ਤੇ ਸੱਚੀ ਖਬਰ ਦਿਓ, ਠੀਕ ਹੈ। ਤੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਵੀ ਕਿ ਮੇਰੇ ਰੱਬ ਨੇ ਕਿਹਾ ਕਿ ਇਮਾਨ ਵਾਲੋ ਜਦੋਂ ਤੁਹਾਡੇ ਤੱਕ ਕੋਈ ਖਬਰ ਪਹੁੰਚੇ ਤਾਂ ਉਹਦੀ ਪਹਿਲੇ ਅੱਛੀ ਤਰ੍ਹਾਂ ਤਸਦੀਕ ਕਰ ਲਓ, ਇਹ ਨਾ ਹੋ ਕਿ ਕਿੱਥੇ ਤੁਸੀਂ ਅਣਜਾਣੇ ਦੇ ਵਿੱਚ ਕੋਈ ਗਲਤ ਖਬਰ ਫੈਲਾ ਦਿਓ। ਲੇਕਿਨ ਇਹ ਜਿਹੜੇ ਅਹਲੇ ਯੂਥ ਨੇ, ਇਹ PTI ਵਾਲੇ ਹੈਗੇ ਨੇ, ਇਮਰਾਨ ਦੇ ਜਿਹੜੇ ਲਵਰ ਨੇ, ਇਹਨਾਂ ਨੇ ਜਨਾਬ ਇੱਕ ਜਿਹੜਾ ਨਾ ਉਹ ਤਈਆ ਕਰ ਲਿੱਤਾ ਹੋਇਆ ਇੱਕ ਮਿਸ਼ਨ ਜਿਹੜਾ ਨਾ ਉਹ ਉਹਦੇ 'ਤੇ ਚੱਲ ਪਏ ਨੇ ਕਿ ਅਸੀਂ ਜਿਹੜਾ ਨਾ ਕਿ ਝੂਠੀਆਂ ਹੀ ਖਬਰਾਂ ਫੈਲਾਉਣੀਆਂ ਨੇ ਤੇ ਅਸੀਂ ਜਿਹੜਾ ਨਾ ਗੁੰਮਰਾਹੀ ਫੈਲਾਣੀ, ਹੋਰ ਕੁਝ ਨਹੀਂ ਕਰਨਾ। ਇਸਾਰ ਰਾਣਾ ਦੀ ਇਸ ਖਬਰ ਨੂੰ ਜਦੋਂ ਮਾਰਕੀਟ ਦੇ ਵਿੱਚ ਆਈ ਹੈ ਤੇ ਆਪਣੇ ਜਿਹੜੇ ਮਿੱਠਾ ਜੀ ਹੈਗੇ ਨੇ ਐਸਨ ਚੱਟਾ ਸਾਹਿਬ, ਉਹਨਾਂ ਨੇ ਜਨਾਬ ਇਸਾਰ ਰਾਣਾ ਦੀ ਫਿਰ ਕਲਾਸ ਲਿੱਤੀ, ਚੰਗੀ ਭਲੀ ਕਲਾਸ ਲਿੱਤੀ, ਬੜਾ ਬੋਲੇ ਕਿ ਬਈ ਤੁਹਾਡੇ ਕੋਲ ਸਬੂਤ ਹੈ ਤੇ ਦੱਸੋ, ਲੇਕਿਨ ਜੇ ਸਬੂਤ ਨਹੀਂ ਤੇ ਤੁਸੀਂ ਕਿਉਂ ਕਿਸੇ ਦੇ ਉੱਤੇ ਇਲਜ਼ਾਮ ਲਾ ਰਹੇ ਹੋ? ਤੁਸੀਂ ਸ਼ਰੀਫ ਖਾਨਦਾਨ ਨੂੰ ਜਿਹੜਾ ਨਾ ਬਦਨਾਮ ਕਰਨ ਦਾ ਜਿਹੜਾ ਨਾ ਤੁਸੀਂ ਉਹ ਇੱਕ ਵਤੀਰਾ ਬਣਾ ਲਿਆ। ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਬਦਨਾਮ ਕਰਾਂਗੇ ਤੇ ਸਾਡੀ ਰੋਜ਼ੀ ਰੋਟੀ ਚੱਲਦੀ ਜਾਏਗੀ, ਸਾਡਾ ਜਿਹੜਾ ਨਾ ਆਪਣਾ ਤਿਜੋਰੀਆਂ ਭਰਦੇ ਜਾਣਗੇ। ਸ਼ਰੀਫ ਖਾਨਦਾਨ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਨਾ। ਸ਼ਰੀਫ ਖਾਨਦਾਨ ਕਹਿੰਦਾ ਜੋ ਭੌਂਕ ਰਿਹਾ ਭੌਂਕੀ ਜਾਣਦੇ ਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜਿਹੜੇ ਸ਼ਰੀਫ ਖਾਨਦਾਨ ਦੇ ਚਾਹਣ ਵਾਲੇ ਹੈਗੇ ਨੇ ਉਹਨਾਂ ਨੂੰ ਫਰਕ ਪੈਂਦਾ। ਹੁਣ ਐਸਨ ਚੱਟਾ ਸਾਹਿਬ ਕਿਉਂਕਿ ਤੁਹਾਨੂੰ ਪਤਾ ਉਹਨਾਂ ਦਾ ਤਾਲੁਕ ਵੀ ਜਿਹੜਾ ਨਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਨਾਲ ਬੜਾ ਗਹਿਰਾ ਹੈ ਤੇ ਲਿਹਾਜ਼ਾ ਉਹ ਉਹਨਾਂ ਦੀ ਮੁਹੱਬਤ ਦੇ ਵਿੱਚ ਫਿਰ ਉਹ ਮੈਦਾਨ ਦੇ ਵਿੱਚ ਆਏ। ਉਹਨਾਂ ਨੇ ਜਨਾਬ ਫਿਰ ਇਸਾਰ ਰਾਣਾ ਦੀ ਜਿਹੜਾ ਸੀ ਨਾ ਫਿਰ ਉਹ ਕੀਤੀ ਕਿ ਫਿਰ ਇਸਾਰ ਰਾਣਾ ਜਿਹੜਾ ਸੀ ਨਾ ਉਹਨੂੰ ਫਿਰ ਜਿਹੜਾ ਸੀ ਨਾ ਇੰਨਾ ਕੁ ਜ਼ਲੀਲ ਕੀਤਾ ਕਿ ਉਹਦੀ ਜ਼ਰਾ ਥੋੜ੍ਹੀ ਜਿਹੀ ਗੈਰਤ ਜਾ ਗਈ। ਉਹਨੇ ਕਿਹਾ ਕਿ ਲੋ ਜੀ ਮੈਨੂੰ ਇਸ ਤਰ੍ਹਾਂ ਗਾਲਾਂ ਪੈਂਦੀਆਂ, ਪੂਰਾ ਸੋਸ਼ਲ ਮੀਡੀਆ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ। ਤੇ ਇਸ ਪ੍ਰੋਗਰਾਮ ਦੇ ਵਿੱਚ ਮੰਸੂਰ ਅਲੀ ਖਾਨ ਦੇ ਪ੍ਰੋਗਰਾਮ ਦੇ ਵਿੱਚ ਮਿੱਠਾ ਜੀ ਦਾ ਜ਼ਿਕਰ ਹੋਇਆ, ਠੀਕ ਹੈ। ਅਹਿਸਾਨ ਚੱਠਾ ਸਿਆਸੀ ਡੇਰਾ ਵਾਲੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੋਇਆ ਕਿ ਜੀ ਕਿ ਉਹ ਬੜੀਆਂ ਗੰਦੀਆਂ ਗਾਲਾਂ ਕੱਢਦਾ ਤੇ ਬਹੁਤ ਵਾਹਿਆਤ ਗੁਫ਼ਤਗੂ ਕਰਦਾ ਤੇ ਫਲਾਣਾ ਟਮਕਾਣਾ ਤੇ ਇਹ ਤੇ ਉਹ, ਠੀਕ ਹੈ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਲੋ ਗੱਲ ਹੈਗੀ ਹੈ ਕਿ ਦੇਖੋ ਗਾਲਾਂ ਨੂੰ ਕੋਈ ਡਿਫੈਂਡ ਕਰ ਹੀ ਨਹੀਂ ਸਕਦਾ, ਠੀਕ ਹੈ ਨਾ। ਗਾਲ ਭਾਵੇਂ ਛੋਟੀ ਹੋਏ ਤੇ ਭਾਵੇਂ ਵੱਡੀ ਹੋਏ, ਠੀਕ ਹੈ ਨਾ, ਭਾਵੇਂ ਗਲੀਜ਼ ਗਾਲ ਹੋਏ ਤੇ ਭਾਵੇਂ ਕਿਸੇ ਕਿਸਮ ਦੀ ਵੀ ਕੋਈ ਵੀ ਗਾਲ ਹੋਏ ਨਾ, ਉਹਨੂੰ ਕੋਈ ਡਿਫੈਂਡ ਨਹੀਂ ਕਰਦਾ। ਜਿਹੜਾ ਅੱਛਾ ਇਨਸਾਨ ਹੋਏਗਾ ਨਾ, ਮੁਹੱਜ਼ਬ ਇਖਲਾਕ ਵਾਲਾ ਇਨਸਾਨ ਹੋਏ, ਉਹ ਕਦੀ ਵੀ ਗਾਲ ਨੂੰ ਡਿਫੈਂਡ ਨਹੀਂ ਕਰੇਗਾ,
ਠੀਕ ਹੈ ਨਾ ਮੈਂ ਕਰਾਂਗਾ ਤੇ ਨਾ ਕੋਈ ਹੋਰ ਕਰੇਗਾ। ਮੈਂ ਤਾਂ ਬਿਲਕੁਲ ਵੀ ਨਹੀਂ ਕਰਦਾ, ਗਾਲਾਂ ਕੱਢਣੀਆਂ ਨਹੀਂ ਚਾਹੀਦੀਆਂ, ਠੀਕ ਹੈ ਨਾ। ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਗਾ ਕਿ ਗਾਲਾਂ ਕੱਢੋ, ਕਿਉਂਕਿ ਇਨਸਾਨ ਉਹੀ ਗਾਲ ਉਹੀ ਕੱਢਦਾ ਜਦੋਂ ਉਹਦੇ ਕੋਲ ਕੋਈ ਦਲੀਲ ਨਾ ਹੋਏ, ਠੀਕ ਹੈ ਨਾ। ਦਲੀਲ ਜੇ ਹੋਏਗੀ ਤੇ ਗਾਲ ਨਹੀਂ ਕੱਢੇਗਾ, ਜੇ ਦਲੀਲ ਨਹੀਂ ਹੋਏਗੀ ਤੇ ਫਿਰ ਉਹ ਗਾਲ ਕੱਢੇਗਾ। ਹੁਣ ਇੱਥੇ ਗੱਲ ਹੈਗੀ ਹੈ ਕਿ ਨਈਮ ਪੰਜੋਤਾ ਤੇ ਉਹ ਇਸਾਰ ਰਾਣਾ ਜਿਹੜੇ ਸਨ ਉਹ ਬਜ਼ਿੱਦ ਸਨ ਕਿ ਜੀ ਕਿ ਇਹਨੂੰ ਮਿੱਠਾ ਜੀ ਨੂੰ ਜਿਹੜਾ ਨਾ ਟਰੋਲ ਕੀਤਾ ਜਾਏ ਤੇ ਕੌਸਰ ਕਾਜ਼ਮੀ ਜਿਹੜਾ ਨਾ ਕਿ ਉਹ ਕਹੇ ਕਿ ਹਾਂ ਬਈ ਇਹਨੇ ਗਲਤ ਕੀਤਾ। ਕੌਸਰ ਕਾਜ਼ਮੀ ਸਾਹਿਬ ਕਹਿ ਰਹੇ ਸਨ ਕਿ ਜੀ ਅਸੀਂ ਗਾਲਾਂ ਨੂੰ ਤੇ ਡਿਫੈਂਡ ਹੀ ਨਹੀਂ ਕਰਦੇ, ਅਸੀਂ ਤੇ ਕਹਿ ਹੀ ਨਹੀਂ ਰਹੇ ਕਿ ਹਾਂ ਜੀ ਕਿ ਮਿੱਠਾ ਜੀ ਨੇ ਜਿਹੜਾ ਕੀਤਾ ਉਹ ਸਹੀ ਕੀਤਾ, ਅਸੀਂ ਤੇ ਇਹ ਕਹਿ ਰਹੇ ਹਾਂ ਕਿ ਤੁਸੀਂ ਕੀ ਕੀਤਾ। ਮੇਰੀ ਗੱਲ ਇੱਕ ਯਾਦ ਰੱਖਣਾ, ਮੇਰੇ ਸੁਣਨ ਵਾਲਿਓ, ਮੇਰੀ ਗੱਲ ਯਾਦ ਰੱਖਣਾ, ਗਾਲਾਂ ਨੂੰ ਅਸੀਂ ਡਿਫੈਂਡ ਨਹੀਂ ਕਰਦੇ, ਲੇਕਿਨ ਜਿਹੜਾ ਝੂਠ ਫੈਲਾਇਆ ਜਾ ਰਿਹਾ, ਗੁੰਮਰਾਹੀ ਫੈਲਾਈ ਜਾ ਰਹੀ ਹੈ, ਉਹ ਗਾਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ, ਠੀਕ ਹੈ ਨਾ। ਇੱਕ ਤੁਸੀਂ ਜ਼ਿਹਨ ਸਾਜ਼ੀ ਕਰਦੇ ਹੋ, ਨਿਊ ਜਨਰੇਸ਼ਨ ਦੀ ਜ਼ਿਹਨ ਸਾਜ਼ੀ ਕਰਦੇ ਹੋ, ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜ਼ਿਹਨ ਸਾਜ਼ੀ ਕਰਦੇ ਹੋ, ਝੂਠ ਬੋਲ ਕੇ, ਗੁੰਮਰਾਹੀ ਫੈਲਾ ਕੇ, ਫਿਤਨਾ ਫੈਲਾ ਕੇ, ਇਹ ਫਿਤਨਾ ਫੈਲਾ ਰਹੇ ਹੋ ਤੁਸੀਂ, ਇਹ ਜ਼ਿਆਦਾ ਖਤਰਨਾਕ ਹੈ ਗਾਲਾਂ ਕੱਢਣ ਤੋਂ, ਠੀਕ ਹੈ। ਤੇ ਹੁਣ ਉਸ ਬੰਦੇ ਕੋਲ, ਮਿੱਠਾ ਜੀ ਕੋਲ ਕੁਝ ਵੀ ਨਹੀਂ ਹੈ ਕਿ ਉਹ ਤੁਹਾਡਾ ਕੁਝ ਕਰ ਸਕੇ, ਤੁਹਾਡਾ ਕੁਝ ਵਿਗਾੜ ਸਕੇ, ਤੇ ਫਿਰ ਉਹਨੇ ਗਾਲਾਂ ਹੀ ਕੱਢਣੀ ਨਾ ਤੁਹਾਨੂੰ, ਤੇ ਤੁਹਾਨੂੰ ਤਕਲੀਫ ਹੋਈ ਹੈ ਤਾਂ ਤੁਸੀਂ ਉਹਦਾ ਇਜ਼ਹਾਰ ਕੀਤਾ ਨਾ, ਤੇ ਉਹ ਤੁਹਾਨੂੰ ਫਿਜ਼ੀਕਲੀ ਤੇ ਕੁਝ ਨਹੀਂ ਕਹਿ ਸਕਦਾ, ਨਾ ਹੀ ਤੁਹਾਡੇ ਖਿਲਾਫ ਕੋਈ ਐਕਸ਼ਨ ਉਸ ਤਰੀਕੇ ਦੇ ਨਾਲ ਲੈ ਸਕਦਾ, ਤੇ ਫਿਰ ਉਹ ਆ ਕੇ ਗਾਲਾਂ ਹੀ ਕੱਢੇਗਾ ਨਾ, ਲੋਕਾਂ ਨੂੰ ਦੱਸੇਗਾ ਕਿ ਜੀ ਇਹ ਲੋਕ ਨੇ, ਇਹ ਤੇ ਉਸ ਤਰ੍ਹਾਂ ਦੇ ਲੋਕ ਨੇ, ਮਤ ਸੁਣੋ, ਇਹ ਤੇ ਝੂਠ ਬੋਲ ਰਹੇ ਨੇ, ਗੁੰਮਰਾਹੀ ਫੈਲਾ ਰਹੇ ਨੇ, ਤੇ ਮਤ ਇਹਨਾਂ ਦੀਆਂ ਗੱਲਾਂ ਸੁਣੋ। ਲੇਕਿਨ ਜਿਹੜੇ ਅਹਲੇ ਯੂਥ ਨੇ, ਜਿਹੜੇ ਜ਼ੋਂਬੀਜ਼ ਨੇ, ਜਿਹੜੇ ਜ਼ਿਹਨ ਤੋਂ ਅਕਲ ਤੋਂ ਪੈਦਲ ਨੇ, ਜਿਨ੍ਹਾਂ ਦਾ ਸ਼ਊਰ ਹੀ ਕੋਈ ਨਹੀਂ ਹੈਗੇ, ਪੜ੍ਹੇ ਲਿਖੇ ਜਾਹਿਲ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਜਾਹਿਲ ਨੇ, ਜਿਹੜੇ ਇਹਨਾਂ ਦੇ ਉੱਤੇ ਈਮਾਨ ਲੈ ਆਉਂਦੇ ਨੇ, ਇਹਨਾਂ ਦੀਆਂ ਗੱਲਾਂ ਦੇ ਉੱਤੇ ਈਮਾਨ ਲੈ ਆਉਂਦੇ, ਤਸਦੀਕ ਤੱਕ ਨਹੀਂ ਕਰਦੇ, ਤੇ ਉਹ ਕਹਿੰਦੇ ਨੇ ਹਾਂ ਵਾਹ ਜੇ ਇਹਨਾਂ ਨੇ ਕਹਿ, ਬਈ ਇਹਨਾਂ ਦੀ ਗਲਤੀ ਨਹੀਂ ਹੈਗੀ, ਇਹਨਾਂ ਦਾ ਲੀਡਰ ਹੀ ਇਸ ਤਰ੍ਹਾਂ ਦਾ, ਇਮਰਾਨ ਅਮਰ ਖਾਨ ਨਿਆਦੀ। ਉਹ ਉੱਥੋਂ ਸਟਾਰਟ ਕਰੋ, ਉਹ ਜਿਹੜਾ 2014 ਦੇ ਧਰਨਿਆਂ ਦੇ ਵਿੱਚ ਕੰਟੇਨਰ ਤੇ ਖਲੋ ਕੇ ਉਹ ਕਿੱਡੀ ਵਾਹਿਆ ਜ਼ਬਾਨ ਇਸਤੇਮਾਲ ਕਰਦਾ ਸੀ। ਬਈ ਤੁਹਾਨੂੰ ਗਾਲਾਂ ਇੰਨੀ ਬੁਰੀ ਲੱਗ ਰਹੀਆਂ ਨੇ, ਤੇ ਸਭ ਤੋਂ ਪਹਿਲੇ ਆਪਣੇ ਮੁਰਸ਼ਦ ਦਾ ਗਿਰਬਾਨ ਫੜੋ, ਇਮਰਾਨ ਖਾਨ ਦਾ, ਉਹਨੇ ਸ਼ਊਰ ਦਿੱਤਾ। ਅਸੀਂ ਜੇ ਕਿਸੇ ਯੂਥੀਏ ਨੂੰ ਕਹੀ ਨਾ ਕਿ ਤੂੰ ਗਾਲਾਂ ਕੱਢਣ, ਕਹਿੰਦਾ ਜੀ ਸਾਨੂੰ ਇਮਰਾਨ ਨੇ ਸ਼ਊਰ ਹੀ ਇਹ ਦਿੱਤਾ। ਉਹ ਬਈ ਮੈਂ ਕਿਸੇ ਵੀ ਯੂਥੀਏ ਦੇ ਨਾਲ ਗੱਲ ਕਰਾਂ, ਮੈਂ ਆਪਣੀ ਗੱਲ ਕਰਦੇ ਹਾਂ, ਤੇ ਉਹ ਮੈਨੂੰ ਅੱਗੋਂ ਇਹੀ ਕਹੇਗਾ ਜੀ ਕਿ ਸਾਡੇ ਮੁਰਸ਼ਦ ਨੇ ਸਾਨੂੰ ਇਹੀ ਸ਼ਊਰ ਦਿੱਤਾ, ਜਾਓ ਤੁਸੀਂ ਕਰਨਾ ਕਰ ਲਓ, ਅਸੀਂ ਇਸ ਨਹੀਂ ਬੋਲਾਂਗੇ। ਉਹ ਪਹਿਲੇ ਆਪਣੇ ਗਿਰਬਾਨ 'ਚ ਝਾਤੀ ਮਾਰੋ, ਪਹਿਲੇ ਆਪਣੀ ਮੰਜੀ ਥੱਲੇ ਡਾਂਗ ਫੇਰੋ, ਫਿਰ ਦੂਸਰਿਆਂ ਦੇ ਬਾਰੇ 'ਚ ਗੱਲ ਕਰਨਾ, ਫਿਰ ਦੂਸਰਿਆਂ ਨੂੰ ਕ੍ਰਿਟਿਸਾਈਜ਼ ਕਰਨਾ ਕਿ ਹਾਂ ਬਈ ਤੂੰ ਗਾਲ ਕਿਉਂ ਕੱਢਣਾ ਪਿਆ, ਸਮਝ ਆ ਰਹੀ ਹੈ। ਤੇ ਲਿਹਾਜ਼ਾ ਇਸ ਤਰ੍ਹਾਂ ਕਹਿਣਾ ਕਿ ਜੀ ਦੂਸਰੀ ਪਾਰਟੀ ਦੇ ਲੋਕ ਜਿਹਨਾਂ ਨੇ ਗਾਲਾਂ ਕੱਢਦੇ ਨੇ, ਇਹ ਗੱਲ ਠੀਕ ਨਹੀਂ ਹੈ। ਪਹਿਲੇ ਆਪਣੀ ਪਾਰਟੀ ਨੂੰ ਸਾਫ਼ ਕਰੋ। ਸ਼ਹਬਾਜ਼ ਗਿੱਲ ਨੂੰ ਦੇਖ ਲਓ ਕਿੱਡੀ ਗੰਦੀਆਂ ਗਾਲਾਂ ਕੱਢਦਾ, ਫਿਰ ਇਹਨੂੰ ਦੇਖ ਲਓ ਕਿ ਨਾਂ ਲਈਦਾ ਸਮੀਨਾ ਪਾਸ਼ਾ ਨੂੰ ਦੇਖ ਲਓ, ਉਹ ਕਿੱਡੀ ਗਲਤ ਗੱਲਾਂ ਕਰਦੀ ਹੈ, ਉਹ ਵੀ ਘਟੀਆ ਜ਼ਬਾਨ ਇਸਤੇਮਾਲ ਕਰਦੀ ਹੈ। ਫਿਰ ਯਾਰ ਯੂ ਨੇਮ ਇਟ ਦੇਰ ਆਰ ਸੋ ਮੈਨੀ ਫਾਲੋਅਰਸ ਕਿ ਜਿਹੜੇ PTI ਦੇ ਨੇ, ਜਿਹੜੇ ਗੰਦੀ ਜ਼ਬਾਨ ਇਸਤੇਮਾਲ ਕਰਦੇ ਨੇ। ਤੇ ਰਾਣਾ ਸਾਹਿਬ, ਇਸਾਰ ਰਾਣਾ ਸਾਹਿਬ, ਸਾਨੂੰ ਪਤਾ ਹੈ ਕਿ ਤੁਸੀਂ ਇਮਰਾਨ ਦੇ ਇਸ਼ਕ ਦੇ ਵਿੱਚ ਮੁਬਤਲਾ ਹੋ ਚੁੱਕੇ ਹੋ, ਲੇਕਿਨ ਤੁਸੀਂ ਗਲਤ ਖਬਰਾਂ ਫੈਲਾ ਰਹੇ ਹੋ, ਝੂਠ ਬੋਲ ਰਹੇ ਹੋ। ਆਪਣੀ ਉਮਰ ਦੇਖੋ, ਤੁਹਾਡਾ ਇੱਕ ਨਾਮ ਸੀ, ਇੱਕ ਗੁੱਡਵਿਲ ਸੀ, ਲੋਕ ਤੁਹਾਡੀ ਇੱਜ਼ਤ ਕਰਦੇ ਸਨ ਜਦੋਂ ਤੁਸੀਂ ਅੱਛੇ ਸਹਾਫੀ ਸੀ। ਹੁਣ ਤੁਸੀਂ ਅੱਛੇ ਸਹਾਫੀਆਂ ਦੇ ਸ਼ੁਮਾਰ ਨਹੀਂ ਹੁੰਦੇ, ਮੈਂ ਮਾਜ਼ਰਤ ਦੇ ਨਾਲ ਗੱਲ ਕਰਦੇ ਹਾਂ, ਲੇਕਿਨ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਗੁੰਮਰਾਹੀ ਫੈਲਾ ਰਹੇ ਹੋ, ਝੂਠ ਬੋਲ ਰਹੇ ਹੋ। ਗਾਲਾਂ ਕੱਢਣੀਆਂ ਉਹ ਕੋਈ ਮਸਲੇ ਦਾ ਹੱਲ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਜੀ ਗਾਲਾਂ ਕੱਢਣੀਆਂ ਚਾਹੀਦੀਆਂ, ਤੇ ਨਾ ਮੈਨੂੰ ਡਿਫੈਂਡ ਕਰ, ਲੇਕਿਨ ਜੋ ਤੁਸੀਂ ਝੂਠ ਫੈਲਾ ਰਹੇ ਹੋ ਨਾ, ਗੁੰਮਰਾਹੀ ਫੈਲਾ ਰਹੇ ਹੋ, ਉਹ ਗਾਲਾਂ ਕੱਢਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਉਹ ਬੜਾ ਵੱਡਾ ਜੁਰਮ ਹੈਗਾ ਜਿਹੜਾ ਤੁਸੀਂ ਕਰਦੇ ਹੋ। ਇਹ ਜਿਹੜਾ ਨਈਮ ਪੰਜੋਤਾ ਹੈ, ਹਰ ਰੋਜ਼ ਕੋਈ ਨਾ ਕੋਈ ਟਵੀਟ ਕਰਕੇ ਤੇ ਗੁੰਮਰਾਹੀ ਫੈਲਾ ਰਿਹਾ, ਤੇ ਤੁਸੀਂ ਪਹਿਲੇ ਆਪਣੇ ਆਪ ਨੂੰ ਦੇਖੋ, ਤੁਸੀਂ ਕਿੱਡੇ ਚੰਗੇ ਹੋ, ਕਿੰਨੇ ਤੁਸੀਂ ਦੁੱਧ ਦੇ ਤੁੱਲੇ ਹੈਗੇ ਹੋ। ਤੁਹਾਡੇ ਵੀ ਜਿਹੜੇ ਕਿਰਦਾਰ ਨੇ ਉਹ ਦਾਗਦਾਰ ਹੈਗੇ ਨੇ, ਪੈਸੇ ਵਾਸਤੇ ਤੁਸੀਂ ਆਪਣੇ ਆਪ ਨੂੰ ਵੇਚ ਦਿੱਤਾ ਹੋਇਆ, ਸਮਝ ਆ ਰਹੀ ਹੈ। ਮੈਂ ਇਹ ਵੀਲੌਗ ਮਿੱਠਾ ਜੀ ਨੂੰ ਡਿਫੈਂਡ ਨਹੀਂ ਕਰ ਰਿਹਾ, ਲੇਕਿਨ ਮੈਂ ਇੱਕ ਗੱਲ ਕਰ ਰਿਹਾ ਕਿ ਮਿੱਠਾ ਜੀ ਜਿਹੜੇ ਨੇ ਉਹ ਗਾਲਾਂ ਕੱਢਦੇ ਨੇ, ਲੇਕਿਨ ਉਹ ਕੋਈ ਸ਼ੌਕ ਨਾਲ ਗਾਲ ਨਹੀਂ ਕੱਢਦਾ, ਉਹਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਬਈ ਸਾਡੀ ਮੰਜੀ ਆ ਕੇ ਠੋਕ, ਬਈ ਤੁਸੀਂ ਨਾ ਝੂਠੀਆਂ ਖਬਰ ਫੈਲਾਓ, ਉਹ ਤੁਹਾਨੂੰ ਕੁਝ ਨਹੀਂ ਕਹੇਗਾ, ਠੀਕ ਹੈ। ਤੁਸੀਂ ਮਤ ਗੁੰਮਰਾਹੀ ਫੈਲਾਓ, ਉਹ ਤੁਹਾਨੂੰ ਕੁਝ ਨਹੀਂ ਕਹੇਗਾ। ਨਾ ਸਿਰਫ ਉਹ, ਬਲਕਿ ਕੋਈ ਵੀ ਤੁਹਾਨੂੰ ਕੁਝ ਨਹੀਂ ਕਹੇਗਾ। ਤੇ ਤੁਸੀਂ ਇਸ ਤਰ੍ਹਾਂ ਹੁਣ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਜੀ ਮਿੱਠਾ ਜੀ ਦੇ ਬਾਰੇ 'ਚ ਕਹਿਣਾ, ਉਹਨੂੰ ਬੈਨ ਕਰ ਦਿਓ, ਇਹ ਕਰ ਦਿਓ, ਫਲਾਣ ਕਰ ਦਿਓ। ਸਭ ਤੋਂ ਪਹਿਲੇ ਬੈਨ ਤੁਹਾਨੂੰ ਕਰਨਾ ਚਾਹੀਦਾ। ਇਸਾਰ ਰਾਣਾ ਸਾਹਿਬ, ਨਈਮ ਪੰਜੋਤਾ ਸਾਹਿਬ, ਤੁਹਾਨੂੰ ਪਹਿਲੇ ਬੈਨ ਕਰਨਾ ਚਾਹੀਦਾ। ਆਪਣੇ ਜਿਹੜੇ ਯੂਟਿਊਬਰਸ ਹੈਗੇ ਨੇ, ਇਹ ਜਿਹੜੇ ਯੂਟਿਊਬਰਸ, ਸ਼ਹਬਾਜ਼ ਗਿੱਲ ਵਰਗੇ, ਸਾਬਰੇ ਸ਼ਾਕਰੇ ਵਰਗੇ, ਮੋਹਿਤ ਪੀਰਜ਼ਾਦਾ, ਇਫਤਾਬ, ਇਹਨਾਂ ਨੂੰ ਬੈਨ ਕਰੋ।
ਇਹਨਾਂ ਨੂੰ ਦੇ ਗਿਰਬਾਨ ਫੜੋ, ਇਹਨਾਂ ਦੀ ਪਹਿਲੇ ਲਿੱਤਰ ਪੋਲਾ ਕਰੋ, ਫਿਰ ਕਿੱਥੇ ਜਾ ਕੇ ਜਿਹੜਾ ਨਾ ਮਿੱਠਾ ਜੀ ਦੇ ਬਾਰੇ ਚ ਗੱਲ ਕਰਨਾ ਤੇ ਉਹਨਾਂ ਦੇ ਉੱਤੇ ਕੋਈ ਜਿਹੜਾ ਨਾ ਕੋਈ FIR ਕਟਵਾਉਣਾ, ਠੀਕ ਹੈ ਨਾ। ਤੇ ਲਿਹਾਜ਼ਾ ਤੁਸੀਂ ਇਹ ਕਹਿ ਲਾ ਪਹਿਲੇ ਆਪਣੇ ਮੁਰਸ਼ਦ ਨੂੰ ਫੜੋ ਜਿਹੜਾ ਅਡਿਆਲਾ ਜੇਲ੍ਹ ਵਿੱਚ ਬੰਦ, ਉਹਦੀ ਪਹਿਲੇ ਜਿਹੜਾ ਨਾ ਕ੍ਰਿਟਿਸਿਜ਼ਮ ਕਰੋ। ਤੁਸੀਂ ਕਹੋ ਕਿ ਇਮਰਾਨ ਖਾਨ ਨੇ ਜੋ ਕੀਤਾ ਗਲਤ ਕੀਤਾ, ਸਾਡਾ ਇਹ ਸ਼ੋਰ ਨਹੀਂ ਹੈ, ਅਸੀਂ ਇਸ ਨੂੰ ਪ੍ਰਮੋਟ ਨਹੀਂ ਕਰਨਾ। ਜੇ ਅੱਜ ਤੁਸੀਂ ਆਪਣੇ ਮੁਰਸ਼ਦ ਨੂੰ ਰੋਕਦੇ ਹੋ ਤੇ ਦੂਸਰੇ ਵੀ ਜਿਹੜੇ ਨਾਲ ਬਾਜ਼ ਆ ਜਾਣਗੇ। ਤੇ ਮਨਾ ਕਰੋ ਆਪਣੇ ਦੂਸਰੇ ਯੂਟਿਊਬਰਾਂ ਨੂੰ, ਠੀਕ ਹੈ ਨਾ, ਜਿਹੜੇ ਝੂਠ ਬੋਲ ਰਹੇ ਨੇ, ਗੁਮਰਾਹੀ ਫੈਲਾ ਰਹੇ ਨੇ। ਮਰਨਾ ਵੀ ਹੈ ਸਭ ਨੇ, ਇਸਾਰ ਰਾਣਾ ਸਾਹਿਬ, ਨਈਮ ਪੰਜੋਤਾ ਸਾਹਿਬ, ਸਭ ਨੇ ਮਰਨਾ ਵੀ ਹੈ। ਤੇ ਮਰ ਕੇ ਕੀ ਮੂੰਹ ਵਿਖਾਓਗੇ? ਹਿਸਾਬ ਤੁਸੀਂ ਅੱਲਾ ਨੂੰ ਦੇਣਾ, ਇਮਰਾਨ ਖਾਨ ਨੂੰ ਨਹੀਂ ਦੇਣਾ, ਨਾ ਹੀ ਮਿੱਠਾ ਜੀ ਨੇ ਨਵਾਜ਼ ਸ਼ਰੀਫ ਨੂੰ ਦੇਣਾ। ਸਭ ਨੇ ਅੱਲਾ ਨੂੰ ਹਿਸਾਬ ਦੇਣਾ। ਤੇ ਜੋ ਜਿੰਨੇ ਕੀਤਾ ਹੋਏਗਾ ਨਾ ਉਹ ਫਿਰ ਅੱਗੇ ਆ ਜਾਏਗਾ ਤੇ ਫਿਰ ਅੱਲਾਹ ਤਾਲਾ ਉਸੇ ਹਿਸਾਬ ਨਾਲ ਪੁੱਛੇਗਾ। ਲੇਕਿਨ ਅੱਲਾਹ ਤਾਲਾ ਦੀ ਪਕੜ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਦੇ ਉੱਤੇ ਹੋਏਗੀ ਜਿਨ੍ਹਾਂ ਨੇ ਝੂਠ ਤੇ ਗੁਮਰਾਹੀ ਫੈਲਾਈ ਹੋਏਗੀ। ਇਹ ਗੱਲ ਮੇਰੀ ਯਾਦ ਰੱਖਣਾ। ਅੱਜ ਜੇ ਤੁਹਾਨੂੰ ਮੇਰੀ ਗੱਲਾਂ ਸਮਝ ਵਿੱਚ ਨਹੀਂ ਆਣਗੀਆਂ, ਲੇਕਿਨ ਜਦੋਂ ਤੁਸੀਂ ਰੋਜ਼ੇ ਮੈਸ਼ਰ ਕਰੋਗੇ ਤੇ ਪਛਤਾਓਗੇ ਕਿ ਕਸੀ ਇਹ ਕਾਸ਼ ਇਹ ਕੰਮ ਨਾ ਕੀਤੇ ਹੁੰਦੇ, ਠੀਕ ਹੈ। ਤੇ ਲਿਹਾਜ਼ਾ ਕੌਸਰ ਕਾਜ਼ਮੀ ਸਾਹਿਬ ਤੇ ਮੈਂ ਤੇ ਮੇਰੇ ਸਮੇਤ ਜਿੰਨੇ ਵੀ ਨੇ, ਅਸੀਂ ਸਭ ਇਸ ਚੀਜ਼ ਦੀ ਮੁਜ਼ੰਮਤ ਕਰਦੇ ਹਾਂ ਕਿ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਤੇ ਨਾ ਹੀ ਅਸੀਂ ਗਾਲਾਂ ਨੂੰ ਡਿਫੈਂਡ ਕਰਦੇ ਹਾਂ। ਲੇਕਿਨ ਅਸੀਂ ਜੇ ਮੁਜ਼ੰਮਤ ਕਰਦੇ ਹਾਂ ਤੇ ਝੂਠ ਬੋਲਣ ਵਾਲੇ ਦੀ ਤੇ ਗੁਮਰਾਹੀ ਫੈਲਾਉਣ ਵਾਲੇ ਦੀ, ਕਿ ਜਿਹੜਾ ਝੂਠ ਬੋਲ ਰਿਹਾ ਤੇ ਜਿਹੜਾ ਗੁਮਰਾਹੀ ਫੈਲਾ ਰਿਹਾ, ਉਹਦੇ ਉੱਤੇ ਅੱਲਾ ਦੀ ਤੇ ਅੱਲਾ ਦੇ ਫਰਿਸ਼ਤਿਆਂ ਦੀ ਲਾਨਤ ਹੈਗੀ ਹੈ। ਬਸ ਮੈਂ ਇੰਨੀ ਗੱਲ ਕਰਨੀ ਸੀ। ਬਾਕੀ ਤੁਸੀਂ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ਖਤਮ ਕਰਨਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।